ਹੈਲੋ ਸਟੂਡੈਂਟਸ, ਅੱਜ ਆਪਾਂ ਸਾਊਂਡ ਚੈਪਟਰ ਦੇ ਨੂਮੈਰੀਕਲ ਕਰਨ ਜਾ ਰਹੇ ਹਾਂ। ਨੂਮੈਰੀਕਲ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਫਾਰਮੂਲਾਜ਼ ਜੋ ਯੂਜ਼ ਹੋ ਰਹੇ ਨੇ ਇਸ ਚੈਪਟਰ ਦੇ ਵਿੱਚ ਉਹ ਕਰਾਂਗੇ। ਤਾਂ ਸਾਰਿਆਂ ਨਾਲੋਂ ਪਹਿਲਾ ਫਾਰਮੂਲਾ ਕਿਹੜਾ ਹੈ? ਫ੍ਰੀਕੁਐਂਸੀ ਦਾ। ਫ੍ਰੀਕੁਐਂਸੀ ਦਾ ਫਾਰਮੂਲਾ ਕੀ ਹੈ? ਨੰਬਰ ਆਫ ਵੇਵਸ ਔਰ ਵਾਈਬ੍ਰੇਸ਼ਨ ਅਪੋਨ ਟੋਟਲ ਟਾਈਮ। ਟਾਈਮ ਹਮੇਸ਼ਾ ਸੈਕਿੰਡ ਦੇ ਵਿੱਚ ਕੰਸੀਡਰ ਕਰਨਾ ਹੈ। ਸੈਕਿੰਡ ਫਾਰਮੂਲਾ ਫ੍ਰੀਕੁਐਂਸੀ ਦਾ ਹੀ ਹੈ, ਕੀ ਹੈ? 1 ਟਾਈਮ ਪੀਰੀਅਡ। ਟਾਈਮ ਪੀਰੀਅਡ ਨੂੰ ਆਪਾਂ ਕੈਪੀਟਲ ਟੀ ਨਾਲ ਵੀ ਰਿਪਰੈਜ਼ੈਂਟ ਕਰ ਦਿੰਦੇ ਹਾਂ। 1 ਟਾਈਮ ਪੀਰੀਅਡ। ਨੈਕਸਟ ਫਾਰਮੂਲਾ ਆ ਜਾਂਦਾ ਹੈ ਵੈਲੋਸਿਟੀ ਇਜ਼ ਇਕੁਅਲ ਟੂ ਫ੍ਰੀਕੁਐਂਸੀ ਇੰਟੂ ਵੇਵਲੈਂਥ, ਲੈਮਡਾ ਇੰਟੂ ਨਿਊ। ਵੀ ਕੀ ਹੈ? ਵੈਲੋਸਿਟੀ ਹੈ, ਲੈਮਡਾ ਵੇਵਲੈਂਥ ਅਤੇ ਨਿਊ ਕੀ ਹੈ? ਫ੍ਰੀਕੁਐਂਸੀ ਹੈ। ਉਸ ਤੋਂ ਬਾਅਦ ਈਕੋ ਦਾ ਫਾਰਮੂਲਾ ਆ ਜਾਂਦਾ ਹੈ। ਈਕੋ ਦਾ ਫਾਰਮੂਲਾ ਕੀ ਹੈ? 2s ਇਜ਼ ਇਕੁਅਲ ਟੂ ਵੀ ਇੰਟੂ ਟੀ। ਵੀ ਕੀ ਹੈ? ਵੈਲੋਸਿਟੀ ਅਤੇ ਟੀ ਕੀ ਹੈ? ਟਾਈਮ। ਇਹਨੂੰ ਆਪਾਂ ਇਸ ਤਰੀਕੇ ਵੀ ਅੱਗੇ ਲਿਖ ਦਿੰਦੇ ਹੁੰਦੇ ਹਾਂ, s ਇਜ਼ ਇਕੁਅਲ ਟੂ v ਇੰਟੂ ਟੀ ਬਾਈ 2। ਹੁਣ ਆਪਾਂ ਫਸਟ ਨੂਮੈਰੀਕਲ ਆਪਣਾ ਸਟਾਰਟ ਕਰਦੇ ਹਾਂ। ਐਨ ਆਬਜੈਕਟ ਵਾਈਬਰੇਟ 100 ਟਾਈਮ ਇਨ 1 ਸੈਕਿੰਡ, ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਆਫ ਦੈਟ ਆਬਜੈਕਟ ਇਜ਼। ਫ੍ਰੀਕੁਐਂਸੀ ਆਪਾਂ ਨੂੰ ਪੁੱਛੀ ਗਈ ਹੈ। ਫ੍ਰੀਕੁਐਂਸੀ ਦਾ ਫਾਰਮੂਲਾ ਕੀ ਹੈ? ਨਿਊ ਇਜ਼ ਇਕੁਅਲ ਟੂ, ਆਪਾਂ ਨੂੰ ਦਿੱਤਾ ਕੀ ਚੀਜ਼ ਗਈ ਹੈ। ਸਾਰਿਆਂ ਨਾਲੋਂ ਪਹਿਲਾਂ ਨੂਮੈਰੀਕਲ ਦੇ ਵਿੱਚ ਜੋ ਚੀਜ਼ ਗਿਵਨ ਹੈ ਉਹ ਆਪਾਂ ਲਿਖ ਲੈਂਦੇ ਹਾਂ। ਵੀ ਆਰ ਗਿਵਨ ਵਿਦ ਨੰਬਰ ਆਫ ਵਾਈਬ੍ਰੇਸ਼ਨਸ। ਨੰਬਰ ਆਫ ਵਾਈਬ੍ਰੇਸ਼ਨਸ ਕਿੰਨੀਆਂ ਦਿੱਤੀਆਂ ਨੇ ਆਪਾਂ ਨੂੰ? 100। ਟਾਈਮ ਕਿੰਨਾ ਦਿੱਤਾ ਹੈ? ਟਾਈਮ ਦਿੱਤਾ ਆਪਾਂ ਨੂੰ 1 ਸੈਕਿੰਡ। ਤਾਂ ਫਾਰਮੂਲਾ ਕੀ ਹੈ ਫ੍ਰੀਕੁਐਂਸੀ ਦਾ? ਫ੍ਰੀਕੁਐਂਸੀ ਦਾ ਫਾਰਮੂਲਾ ਹੈ ਨੰਬਰ ਆਫ ਵੇਵਸ ਅਪੋਨ ਟਾਈਮ। ਨੰਬਰ ਆਫ ਵੇਵਸ ਕੀ ਹੈ ਜਾਂ ਵਾਈਬ੍ਰੇਸ਼ਨ ਕਿੰਨੀਆਂ ਨੇ? 100। ਟਾਈਮ ਕਿੰਨਾ ਹੈ? 1 ਸੈਕਿੰਡ। ਤਾਂ 100 ਹਾਰਟਸ ਕੀ ਆ ਗਿਆ ਆਪਣਾ ਆਂਸਰ। ਫ੍ਰੀਕੁਐਂਸੀ ਨਿਕਲੀ ਹੋਗੀ ਆਪਣੀ 100 ਹਾਰਟਸ। ਨੈਕਸਟ ਨੂਮੈਰੀਕਲ ਕਰਦੇ ਹਾਂ। ਅ ਸਟਿੰਗ ਵਾਈਬਰੇਟ 500 ਟਾਈਮ ਇਨ 10 ਸੈਕਿੰਡ, ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਆਫ ਸਟਿੰਗ ਇਜ਼। ਇੱਕ ਸਟਿੰਗ ਹੈ, ਜਿਵੇਂ ਗਿਟਾਰ ਦਾ ਸਟਿੰਗ ਹੁੰਦਾ ਹੈ, ਉਹ 500 ਟਾਈਮ 10 ਸੈਕਿੰਡ ਦੇ ਵਿੱਚ ਵਾਈਬਰੇਟ ਕਰ ਰਿਹਾ। ਤਾਂ ਨੰਬਰ ਆਫ ਵਾਈਬ੍ਰੇਸ਼ਨ ਸਾਨੂੰ ਕਿੰਨੀਆਂ ਦਿੱਤੀਆਂ? ਨੰਬਰ ਆਫ ਵਾਈਬ੍ਰੇਸ਼ਨ ਕਿੰਨੀਆਂ ਹੋ ਗਿਆ? 500। ਅਤੇ ਟਾਈਮ ਕਿੰਨਾ ਹੈ? ਟਾਈਮ ਹੈਗਾ 10 ਸੈਕਿੰਡਸ। ਫ੍ਰੀਕੁਐਂਸੀ ਕੀ ਆ ਜੂਗੀ? ਫ੍ਰੀਕੁਐਂਸੀ ਇਜ਼ ਇਕੁਅਲ ਟੂ 500 ਅਪੋਨ 10। 0 ਨਾਲ 0 ਕੈਂਸਲ ਹੋ ਜੂਗੀ। 50 ਹਾਰਟਸ ਆਪਣਾ ਆਂਸਰ ਆ ਗਿਆ। ਨੈਕਸਟ ਨੂਮੈਰੀਕਲ ਕਰਦੇ ਹਾਂ ਥਰਡ। ਦ ਫ੍ਰੀਕੁਐਂਸੀ ਆਫ ਸੋਰਸ ਆਫ ਸਾਊਂਡ ਇਜ਼ 100 ਹਾਰਟਸ, ਹਾਊ ਮੈਨੀ ਟਾਈਮ ਡਜ਼ ਇਟ ਵਾਈਬਰੇਟ ਇਨ 1 ਮਿੰਟ। ਹੁਣ ਇਸ ਵਾਰੀ ਆਪਾਂ ਨੂੰ ਫ੍ਰੀਕੁਐਂਸੀ ਦੇਤੀ। ਫ੍ਰੀਕੁਐਂਸੀ ਦੀ ਵੈਲਿਊ ਕਿੰਨੀ ਦੇਤੀ ਆਪਾਂ ਨੂੰ? 100 ਹਾਰਟਸ। ਹਾਊ ਮੈਨੀ ਟਾਈਮ ਡਜ਼ ਇਟ ਵਾਈਬਰੇਟ, ਇਹਦਾ ਮਤਲਬ ਆਪਾਂ ਨੇ ਫਾਈਂਡ ਕੀ ਕਰਨਾ ਹੈ? ਨੰਬਰ ਆਫ ਵਾਈਬ੍ਰੇਸ਼ਨ ਫਾਈਂਡ ਕਰਨੀਆਂ ਨੇ। ਨੰਬਰ ਆਫ ਵਾਈਬ੍ਰੇਸ਼ਨਸ ਆਪਾਂ ਨੇ ਫਾਈਂਡ ਕਰਨੀਆਂ ਨੇ। ਅਤੇ ਟਾਈਮ ਕਿੰਨਾ ਦਿੱਤਾ ਹੋਇਆ ਹੈ? ਹਾਊ ਮੈਨੀ ਟਾਈਮ ਡਜ਼ ਇਟ ਵਾਈਬਰੇਟ ਇਨ 1 ਮਿੰਟ, ਇਹਦਾ ਮਤਲਬ 1 ਮਿੰਟ ਆਪਾਂ ਨੂੰ ਟਾਈਮ ਦੇ ਰੱਖਿਆ। ਟਾਈਮ ਇਜ਼ ਇਕੁਅਲ ਟੂ 1 ਮਿੰਟ। 1 ਮਿੰਟ ਨੂੰ ਆਪਾਂ ਕਨਵਰਟ ਕਰ ਲੈਂਦੇ ਹਾਂ ਸੈਕਿੰਡਸ ਦੇ ਵਿੱਚ, 60 ਸੈਕਿੰਡਸ। ਫਾਰਮੂਲਾ ਕੀ ਹੈ ਫ੍ਰੀਕੁਐਂਸੀ ਦਾ? ਨਿਊ ਇਜ਼ ਇਕੁਅਲ ਟੂ ਨੰਬਰ ਆਫ ਵਾਈਬ੍ਰੇਸ਼ਨਸ ਅਪੋਨ ਟੋਟਲ ਟਾਈਮ। ਤਾਂ ਜੇ ਆਪਾਂ ਟੀ ਨੂੰ ਦੂਸਰੀ ਸਾਈਡ ਲੈ ਜਾਂਦੇ ਹਾਂ, ਨਿਊ ਇੰਟੂ ਟੀ, ਤਾਂ ਵੈਲਿਊ ਕਾਹਦੀ ਆ ਜਾਏਗੀ? ਨੰਬਰ ਆਫ ਵਾਈਬ੍ਰੇਸ਼ਨ ਦੀ। ਤਾਂ ਨੰਬਰ ਆਫ ਵਾਈਬ੍ਰੇਸ਼ਨਸ ਕਿੰਨੇ ਆ ਗਿਆ? ਇਜ਼ ਇਕੁਅਲ ਟੂ ਨਿਊ ਦੀ ਵੈਲਿਊ ਕਿੰਨੀ ਹੈ? 60 ਇੰਟੂ ਫ੍ਰੀਕੁਐਂਸੀ ਕਿੰਨੀ ਹੈ? 100। ਤਾਂ ਆਂਸਰ ਆ ਗਿਆ ਆਪਣਾ 6000 ਹਾਰਟਸ, ਯਾਨੀ ਕਿ 6000। ਨੈਕਸਟ ਨੂਮੈਰੀਕਲ ਕਰਦੇ ਹਾਂ ਆਪਾਂ। ਅ ਸਾਊਂਡ ਵੇਵ ਹੈਜ਼ ਅ ਫ੍ਰੀਕੁਐਂਸੀ ਆਫ 2 ਕਿਲੋ ਹਾਰਟਸ ਐਂਡ ਵੇਵਲੈਂਥ 35 ਸੈਂਟੀਮੀਟਰ, ਹਾਊ ਲੌਂਗ ਵਿਲ ਇਟ ਟੇਕ ਟੂ ਟਰੈਵਲ 1.5 ਕਿਲੋਮੀਟਰ। ਜੋ ਚੀਜ਼ਾਂ ਆਪਾਂ ਨੂੰ ਦਿੱਤੀਆਂ ਨੇ ਉਹ ਆਪਾਂ ਦੇਖ ਲੈਂਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਆਪਾਂ ਨੂੰ ਕੀ ਦਿੱਤੀ ਹੈ? ਫ੍ਰੀਕੁਐਂਸੀ ਦਿੱਤੀ ਹੈ।
फ्रिक्वेंसी कितनी दी है अपन न्यू की वैल्यू आ गई 2 किलो हर्ट्ज 2 किलो हर्ट्ज 2 किलो हर्ट्ज ਨੂੰ ਆਪਾਂ ਕਨਵਰਟ ਕਰਦੇ ਹਾਂ ਹਾਰਟਸ ਦੇ ਵਿੱਚ ਕਿਲੋ ਦੇ ਵਿੱਚ ਵੈਲਿਊ ਕਿੰਨੀ ਹੁੰਦੀ ਹੈ 1000 ਤਾਂ ਕਿੰਨੀ ਹੋ ਗਈ 2000 ਹਾਰਟਸ। ਹੋਰ ਕੀ ਦਿੱਤਾ ਆਪਾਂ ਨੂੰ ਵੇਵਲੈਂਥ ਦਿੱਤੀ ਹੈ ਲੈਮਡਾ ਦੀ ਵੈਲਿਊ ਦਿੱਤੀ ਹੈ ਲੈਮਡਾ ਕਿੰਨਾ 35 ਸੈਂਟੀਮੀਟਰ 35 ਸੈਂਟੀਮੀਟਰ ਜਿਹਨੂੰ ਆਪਾਂ ਕਨਵਰਟ ਕਰ ਲੈਂਦੇ ਹਾਂ ਮੀਟਰ ਦੇ ਵਿੱਚ ਕਨਵਰਟ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਡਿਵਾਈਡ ਬਾਏ 100 ਤੇ ਪਿੱਛੇ ਆਪਾਂ ਕੀ ਲਿਖ ਦਾਂਗੇ ਮੀਟਰ। ਹੁਣ ਹਾਊ ਲੌਂਗ ਵਿਲ ਇਟ ਟੇਕ ਟੂ ਟਰੈਵਲ 1.5 ਕਿਲੋਮੀਟਰ ਇਹਦਾ ਮਤਲਬ ਆਪਣੇ ਫਾइंड ਕੀ ਕਰਨਾ ਹੈ ਹਾਊ ਲੌਂਗ ਦਾ ਮਤਲਬ ਟਾਈਮ ਫਾइंड ਕਰਨਾ ਹੈ टी ਦੀ ਵੈਲਿਊ ਆਪਾਂ ਨੇ ਫਾइंड ਕਰਨਾ ਹੈ। ਜੇਕਰ ਸਾਨੂੰ ਕੀ ਦਿੱਤਾ ਹੋਇਆ ਹੈ टाइम विल इट टेक टू ट्रैवल 1.5 किलोमीटर डिस्टेंस अपन दिता है कितना दिता है 1.5 किलोमीटर ਨੂੰ कन्वर्ट करांगे मीटर्स ਦੇ ਵਿੱਚ ਕੀ ਆ ਜਾਊਗਾ इनटू 100 आ जाऊगा। टाइम ਦਾ फार्मूला ਕੀ ਹੁੰਦਾ ਹੈ टाइम ਦਾ फार्मूला ਹੁੰਦਾ है t इज इक्वल टू डिस्टेंस अपॉन वेलोसिटी। डिस्टेंस ਦਾ फार्मूला ਹੁੰਦਾ वेलोसिटी इनटू टाइम ਤਾਂ टाइम ਦਾ फार्मूला ਉਸ ਤੋਂ ਆਪਾਂ ਕੱਢ ਲੈਣਾ ਕਿੰਨਾ ਆ ਜਾਊਗਾ टाइम इज इक्वल टू डिस्टेंस अपॉन वेलोसिटी। ਹੁਣ ਆਪਾਂ ਨੂੰ डिस्टेंस ਤਾਂ पता है कि 1.5 किलोमीटर है पर ਕੀ ਆਪਾਂ ਨੂੰ वेलोसिटी पता है नहीं वेलोसिटी नहीं पता इस करके पहला ਆਪਾਂ ਕੀ ਕਰਾਂਗੇ वेलोसिटी फाइंड ਕਰਾਂਗੇ ਇਹਨੂੰ ਇਕੁਏਸ਼ਨ ਨੰਬਰ 1 ਮਾਰਕ ਕਰ ਲੈਂਦੇ ਆ। वेलोसिटी ਦਾ ਫਾਰਮੂਲਾ ਕੀ ਹੁੰਦਾ ਹੈ वेलोसिटी ਦਾ ਫਾਰਮੂਲਾ ਹੁੰਦਾ v ਇਜ਼ ਇਕੁਅਲ ਟੂ ਨਿਊ ਲੈਮਡਾ। ਨਿਊ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ 2000 ਤੇ ਲੈਮਡਾ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ 35 अपॉन 100 20 कैंसल कर देने 35 2 ज़ा 70 एक जीरो आ वाली है तो वेलोसिटी कितनी होगी 700 मीटर पर सेकंड। हुण आपां नूं वेलोसिटी भी पता लग गई जो कि 700 है डिस्टेंस तो ऑलरेडी आपां नूं दित्ते हुए सीगा कितना सीगा 1.5 इंटू 100 सॉरी 100 नहीं 1000 होएगा। तो फार्मूले दे विच वैल्यू पुट करते हैं टी इज इक्वल टू 1.5 इंटू 1000 डिवाइड बाय 700 दो जीरो कैंसल आउट हो जाएंगे आप इनू नीचे एक पॉइंट भी कैंसल आउट कर देने तो आंसर कितना आ जाएगा कैंसल आउट करके 15/7 इनू कैंसल आउट करांगे 7 2 ज़ा 14.1 अबाउट 2.1 सेकंड अपना आंसर आ जाएगा। नैक्सट न्यूमेरिकल आ जाता है 5th कैलकुलेट वेवलेंथ ऑफ साउंड वेव हुज फ्रिक्वेंसी इज़ 220 हर्ट्ज एंड स्पीड इज़ 440 मीटर पर सेकंड। तो जो चीज़ा आपको दित्तियां ने वो लिख लैंने आपको दित्ती है फ्रिक्वेंसी की वैल्यू कितनी होगी न्यू इज इक्वल टू 220 हर्ट्ज तो दूसरी चीज़ की दी आपको स्पीड दी है स्पीड कितनी होगी 440 मीटर पर सेकंड। फाइंड की करना है अपने वेवलेंथ फाइंड करनी है कैलकुलेट वेवलेंथ ऑफ साउंड। हुण वेलोसिटी का फार्मूला की सी अपने लवे वेलोसिटी का फार्मूला सीगा v इज इक्वल टू लैमडा न्यू। इस तो आप लैमडा का फार्मूला कट सकते हैं की फार्मूला हो जाऊगा लैमडा इज इक्वल टू v अपॉन न्यू। लैमडा इज इक्वल टू v की वैल्यू कितनी है 440 तो न्यू की वैल्यू कितनी है 220 0 ना 0 कैंसल 22 2 ज़ा 44 तो आंसर आ जाऊगा 2 मीटर। लैमडा की वैल्यू कितनी आ गई 2 मीटर। नैक्सट न्यूमेरिकल करते हैं आप 6th न्यूमेरिकल अ परसन इज लिसनिंग टू ए टोन ऑफ 500 हर्ट्ज। तो आपको की देती इस बारी फ्रिक्वेंसी दे दी कितनी है 500 हर्ट्ज सिटिंग एट अ डिस्टेंस ऑफ 450 मीटर डिस्टेंस देता कितना 450 मीटर फ्रॉम द सोर्स ऑफ साउंड व्हाट इज़ द टाइम इंटरवल बिटवीन सक्सेसिव कंप्रेशन फ्रॉम द सोर्स। पूछा कि गया टाइम इंटरवल पूछा गया दो सक्सेसिव कंप्रेशन का टाइम पीरियड। हुण टाइम पीरियड ऑफ सक्सेसिव कंप्रेशन की हुंदा है ग्राफ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਇੱਕ ਆਪਾਂ ਕੀ ਬਣਾਤੀ ਵੇਵ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੇ ਡਿਸਟੈਂਸ ਨੂੰ ਆਪਾਂ ਬੋਲਦੇ ਆ ਵੇਵ ਲੈਂਥ ਤੇ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਦੇ ਵਿੱਚ ਜੋ ਟਾਈਮ ਲੱਗਦਾ ਹੈ ਉਹਨੂੰ ਆਪਾਂ ਬੋਲਦੇ ਆ ਟਾਈਮ ਪੀਰੀਅਡ। ਇੱਕ ਕੰਪਰੈਸ਼ਨ ਹੈ ਦੂਸਰੀ ਕੰਪਰੈਸ਼ਨ ਹੈ ਦੋਨਾਂ ਦੇ ਵਿਚਾਲੇ ਜੋ ਟਾਈਮ ਲੱਗੂਗਾ ਉਹਨੂੰ ਆਪਾਂ ਬੋਲਦੇ ਆ ਟਾਈਮ ਪੀਰੀਅਡ।
ਤਾਂ ਟਾਈਮ ਪੀਰੀਅਡ ਨੂੰ ਕੈਪੀਟਲ ਟੀ ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਇਹਦਾ ਮਤਲਬ ਆਪਾਂ ਨੂੰ ਇਹ ਤਾਂ ਪਤਾ ਚੱਲ ਗਿਆ ਕਿ ਫਾਈਂਡ ਕੀ ਕਰਨਾ ਹੈ। ਫਾਈਂਡ ਆਪਾਂ ਨੇ ਕਰਨਾ ਹੈ ਟਾਈਮ ਪੀਰੀਅਡ। ਟਾਈਮ ਪੀਰੀਅਡ ਦਾ ਫਾਰਮੂਲਾ ਕੀ ਹੁੰਦਾ ਹੈ? ਟਾਈਮ ਪੀਰੀਅਡ ਦਾ ਫਾਰਮੂਲਾ ਹੁੰਦਾ ਹੈ 1/new। ਟਾਈਮ ਪੀਰੀਅਡ ਦਾ ਫਾਰਮੂਲਾ ਹੁੰਦਾ ਹੈ 1/new। ਵੈਲਿਊ ਪੁੱਟ ਕਰਦੇ ਹਾਂ, ਕਿੰਨੀ ਆ ਜੂਗੀ ਜੀ? 1/500। ਇਹ ਜੋ 450 ਮੀਟਰ ਦਿੱਤਾ ਹੈ, ਇਹ ਜਸਟ ਆਪਾਂ ਨੂੰ ਕਨਫਿਊਜ਼ ਕਰਨ ਲਈ ਦਿੱਤਾ ਹੈ। ਨੂਮੈਰੀਕਲ ਨਿਊ ਦੀ ਵੈਲਿਊ ਨਾਲ ਹੀ ਹੋ ਜਾਏਗਾ। ਹੁਣ ਇਹਨੂੰ ਸੋਲਵ ਕਰਨਾ ਹੈ। ਸੋਲਵ ਕਿਵੇਂ ਕਰ ਸਕਦੇ ਹਾਂ? ਇੱਕ ਈਜ਼ੀ ਥੋੜਾ ਮੈਥਡ ਲਗਾ ਲੈਂਦੇ ਹਾਂ। 2 ਨਾਲ ਮਲਟੀਪਲਾਈ ਕਰ ਦਿਓ, 2 ਨਾਲ ਡਿਵਾਈਡ ਕਰ ਦਿਓ। ਉੱਪਰ ਕਿੰਨਾ ਆ ਜਾਊਗਾ 2, ਨੀਚੇ ਕਿੰਨਾ ਆ ਜਾਊਗਾ 1000। ਤਾਂ ਟੀ ਇਜ਼ ਇਕੁਅਲ ਟੂ, ਜਿਹਨੂੰ ਆਪਾਂ ਸੋਲਵ ਕਰੀਏ ਕਿੰਨਾ ਆ ਜਾਊਗਾ 2 × 10⁻³ ਸੈਕਿੰਡ। ਜਾਂ ਇਹਨੂੰ ਇਸ ਤਰੀਕੇ ਵੀ ਲਿਖ ਸਕਦੇ ਹਾਂ 2 ਮਿਲੀ ਸੈਕਿੰਡ। ਇਹ ਆਨਸਰ ਆ ਗਿਆ। ਨੈਕਸਟ ਮੇਰੀ ਗੱਲ ਕਰਦੇ ਹਾਂ ਆਪਾਂ। ਟਾਈਮ ਪੀਰੀਅਡ ਆਫ ਵਾਈਬ੍ਰੇਸ਼ਨ ਆਫ ਐਨ ਆਬਜੈਕਟ ਇਜ਼ 0.2 ਸੈਕਿੰਡ। ਫਾਈਂਡ ਫ੍ਰੀਕੁਐਂਸੀ। ਫ੍ਰੀਕੁਐਂਸੀ ਫਾਈਂਡ ਕਰਨੀ ਹੈ। ਦਿੱਤਾ ਕੀ ਹੋਇਆ ਆਪਾਂ ਨੂੰ? ਟੀ ਇਜ਼ ਇਕੁਅਲ ਟੂ 0.2 ਸੈਕਿੰਡ। ਹੁਣ ਇਸ 'ਚ ਫਾਰਮੂਲਾ ਕਿਹੜਾ ਲੱਗੂਗਾ ਫ੍ਰੀਕੁਐਂਸੀ ਦਾ? ਫ੍ਰੀਕੁਐਂਸੀ ਦਾ ਫਾਰਮੂਲਾ ਲੱਗੂਗਾ 1/t। ਫ੍ਰੀਕੁਐਂਸੀ ਦੇ ਆਪਣੇ ਕੋਲੇ 2 ਫਾਰਮੂਲਾਜ਼ ਨੇ। ਪਹਿਲਾ ਫਾਰਮੂਲਾ ਕਿਹੜਾ ਸੀਗਾ? ਨੰਬਰ ਆਫ ਵਾਈਬ੍ਰੇਸ਼ਨ ਅਪੋਨ ਟੋਟਲ ਟਾਈਮ। ਇਸ ਵਾਰੀ ਆਪਾਂ ਨੂੰ ਨੰਬਰ ਆਫ ਵਾਈਬ੍ਰੇਸ਼ਨ ਤਾਂ ਦਿੱਤੀਆਂ ਨਹੀਂ ਹੋਈਆਂ, ਇਹਦਾ ਮਤਲਬ ਆਪਾਂ ਨੂੰ ਕੀ ਦਿੱਤਾ ਹੋਇਆ? ਟਾਈਮ ਪੀਰੀਅਡ ਦਿੱਤਾ ਹੋਇਆ। ਤਾਂ ਟਾਈਮ ਪੀਰੀਅਡ ਆਪਾਂ ਨੂੰ ਦਿੱਤਾ ਹੋਇਆ 0.2 ਸੈਕਿੰਡ। ਪੁਆਇੰਟ ਨੂੰ ਕੈਂਸਲ ਕਰ ਦਿੰਦੇ ਹਾਂ, ਉੱਪਰ ਕੀ ਆ ਜਾਊਗਾ? ਉੱਪਰ 0 ਆ ਜੂਗੀ, 10 ਬਣ ਗਿਆ, ਕੈਂਸਲ ਆਊਟ ਹੋ ਜਾਊਗਾ 5 ਦੇ ਨਾਲ। ਤਾਂ ਆਪਣੀ ਫ੍ਰੀਕੁਐਂਸੀ ਕਿੰਨੀ ਆ ਗਈ? 5 ਹਰਟਜ਼। ਨੈਕਸਟ ਮੈਰੀਕਲ ਕਰਦੇ ਹਾਂ ਆਪਾਂ। ਅ ਪਰਸਨ ਕਲੈਪ ਹਿਜ਼ ਹੈਂਡ ਨੀਅਰ ਅ ਕਲਿਫ ਐਂਡ ਹੀਅਰ ਦਾ ਈਕੋ ਆਫਟਰ 2 ਸੈਕਿੰਡ। ਟਾਈਮ ਦੇਤਾ ਆਪਾਂ ਨੂੰ 2 ਸੈਕਿੰਡ ਦਾ। 2 seconds. What is the distance of cliff from the person if the speed of sound is 346? velocity ਜਾਂ speed ਆਪਾਂ ਨੂੰ ਕਿੰਨੀ ਦੇਤੀ ਸਾਊਂਡ ਦੀ? 346 ਮੀਟਰ ਪਰ ਸੈਕਿੰਡ ਦੇਤੀ। ਹੁਣ ਆਪਾਂ ਨੇ ਕੱਢਣਾ ਕੀ ਹੈ? ਐਟ ਵਾਟ ਡਿਸਟੈਂਸ। ਦੈਟ ਮੀਨਸ ਆਪਾਂ ਨੂੰ ਫਾਈਂਡ ਕੀ ਕਰਨਾ ਹੈ? ਡਿਸਟੈਂਸ ਫਾਈਂਡ ਕਰਨਾ ਹੈ। ਡਿਸਟੈਂਸ ਦਾ ਫਾਰਮੂਲਾ ਕੀ ਸੀਗਾ ਜਦੋਂ ਇਕੋ ਹੁੰਦੀ ਹੈ? ਡਿਸਟੈਂਸ ਦਾ ਫਾਰਮੂਲਾ ਹੁੰਦਾ ਹੈ 2s is equal to v into t implies 2s 2 into s। velocity ਦੀ ਵੈਲਿਊ ਕਿੰਨੀ ਹੈ? 346 into ਟਾਈਮ ਦੀ ਵੈਲਿਊ ਹੈ 2। ਇਹਨੂੰ ਰੀਅਰੇਂਜ ਕਰਦੇ ਹਾਂ। s is equal to 346 into 2 divided by 2। 2 ਨਾਲ 2 ਕੈਂਸਲ, ਡਿਸਟੈਂਸ ਕਿੰਨਾ ਆ ਜਾਊਗਾ? 346 ਮੀਟਰ। ਨੈਕਸਟ ਆ ਜਾਂਦਾ ਹੈ ਆਪਣਾ ਨੂਮੈਰੀਕਲ। ਅ ਸ਼ਿਪ send out ultrasound that return from the seabed and is detected after 3.4 second if the speed of ultrasound through a sea water is 1531 meter per second। what is the distance of seabed from the ship? ਜੋ ਚੀਜ਼ਾਂ ਆਪਾਂ ਨੂੰ ਦਿੱਤੀਆਂ ਨੇ ਉਹ ਆਪਾਂ ਲਿਖ ਲੈਂਦੇ ਹਾਂ। ਆਪਾਂ ਨੂੰ ਟਾਈਮ ਦਿੱਤਾ ਹੈ 3.42 ਸੈਕਿੰਡ। ਜੋ ਸਾਊਂਡ ਵੇਵ ਜਾ ਰਹੀ ਹੈ ਟਕਰਾ ਕੇ ਵਾਪਸ ਆਊਗੀ। ਇਹ ਸਾਰਾ ਚੀਜ਼ ਦੇ ਵਿੱਚ ਟਾਈਮ ਆਪਣਾ ਲੱਗ ਰਿਹਾ 3.42 ਸੈਕਿੰਡ। ਦੂਸਰੀ ਚੀਜ਼ ਕੀ ਹੈ? ਅਲਟਰਾਸਾਊਂਡ ਥਰੂ ਸੀ ਵਾਟਰ ਇਜ਼, ਇਹ ਵੈਲੋਸਿਟੀ ਦੇ ਰੱਖੀ ਆਪਾਂ ਨੂੰ 1531 ਮੀਟਰ ਪਰ ਸੈਕਿੰਡ। ਵਾਟ ਇਜ਼ ਦ ਡਿਸਟੈਂਸ ਆਫ ਸੀਬੈਡ ਫਰੋਮ ਦਾ ਸ਼ਿਪ? ਸ਼ਿਪ ਤੋਂ ਜੋ ਸੀਬੈਡ ਹੈ ਉਹਦੀ ਦੂਰੀ ਕਿੰਨੀ ਹੈ? ਸਾਊਂਡ ਜਾਏਗੀ ਟਕਰਾ ਕੇ ਵਾਪਸ ਆਊਗੀ ਤਾਂ ਉਹਦੇ ਵਿੱਚ ਟਾਈਮ ਆਪਣਾ ਲੱਗ ਰਿਹਾ 3.42 ਸੈਕਿੰਡ ਅਤੇ ਵੈਲੋਸਿਟੀ ਕਿੰਨੀ ਹੈ 1531 ਮੀਟਰ ਪਰ ਸੈਕਿੰਡ। ਆਪਾਂ ਨੇ ਫਾਈਂਡ ਕੀ ਕਰਨਾ? ਡਿਸਟੈਂਸ ਫਾਈਂਡ ਕਰਨਾ ਹੈ। ਸੇਮ ਇਕੋ ਦੇ ਲਈ ਡਿਸਟੈਂਸ ਦਾ ਫਾਰਮੂਲਾ 2s ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। s ਇਜ਼ ਇਕੁਅਲ ਟੂ ਵੈਲੋਸਿਟੀ ਦੀ ਵੈਲਿਊ ਕਿੰਨੀ ਹੈ 1531 ਇਨਟੂ ਟਾਈਮ ਦੀ ਵੈਲਿਊ ਕਿੰਨੀ ਹੈ 3.42। ਜੋ 2 ਹੈ ਉਹਨੂੰ ਆਪਾਂ ਨੇ ਨੀਚੇ ਡਿਵਾਈਡ ਕਰਤਾ। ਜਦੋਂ ਇਹਨੂੰ ਕੈਲਕੂਲੇਟ ਕਰਾਂਗੇ ਸਾਰੀ ਵੈਲਿਊਜ਼ ਨੂੰ ਆਪਣੇ ਕੋਲ ਉੱਪਰ ਆਨਸਰ ਕਿੰਨਾ ਆ ਜਾਊਗਾ 5236.02 ਡਿਵਾਈਡ ਬਾਏ 2। ਤਾਂ ਐਸ ਦੀ ਵੈਲਿਊ ਆ ਜਾਊਗੀ ਆਪਣੇ ਕੋਲ ਕੈਲਕੂਲੇਟ ਕਰਕੇ 26.8.01 ਮੀਟਰ। ਇਹਨੂੰ ਅਪਰੋਕਸੀਮੇਟਲੀ ਆਪਾਂ ਇਹਨੂੰ ਲਿਖ ਸਕਦੇ ਹਾਂ 2618 ਮੀਟਰ। ਨੈਕਸਟ ਮੈਰੀਕਲ ਆ ਜਾਂਦਾ ਹੈ ਅ
emits a sonar pulse which return from an underwater cliff in 1.02 second if the speed of sound in salt water is 1531 meter per second. How far away is the cliff? एक सबमरीन है पानी ਦੇ ਵਿੱਚ जो ਹੁੰਦੀ है ਉਹਨੇ सोनार पल्स ਜਿਹੜੀ ਅਸੀਂ ਐਮਿਟ ਕੀਤੀਆਂ ਤਾਂ ਉਹ ਟਕਰਾ ਕੇ ਵਾਪਸ ਆ ਗਿਆ ਸੌਲਟ ਬੈੱਡ ਦੇ ਨਾਲ ਤਾਂ ਉਹਨੂੰ ਵਾਪਸ ਆਉਣ ਦੇ ਲਈ ਟਾਈਮ ਕਿੰਨਾ ਲੱਗਿਆ 1.02 ਸੈਕਿੰਡ ਅਤੇ ਵੈਲੋਸਿਟੀ ਕਿੰਨੀ ਸੀਗੀ ਸੌਲਟ ਵਾਟਰ ਦੇ ਵਿੱਚ 1531 ਮੀਟਰ ਪਰ ਸੈਕਿੰਡ। ਤਾਂ ਹਾਊ ਫਾਰ ਇਜ਼ ਦਾ ਕਲਿਫ ਕਿੰਨੀ ਦੂਰੀ 'ਤੇ ਹੈ ਇਹ ਆਪਾਂ ਨੇ ਫਾਈਂਡ ਕਰਨਾ ਹੈ। ਜੋ ਚੀਜ਼ਾਂ ਆਪਾਂ ਨੂੰ ਗਿਵਨ ਨੇ ਉਹ ਆਪਾਂ ਲਿਖਦੇ ਹਾਂ 1.02 ਸੈਕਿੰਡ ਟਾਈਮ ਹੋ ਗਿਆ, ਵੈਲੋਸਿਟੀ ਕਿੰਨੀ ਹੋ ਗਈ 1531 मीटर पर सेकेंड। फार्मूला अगेन S इज इक्वल टू वेलोसिटी इनटू टाइम डिवाइड बाय 2। वेलोसिटी की वैल्यू 1531, टाइम की वैल्यू 1.02 डिवाइड बाय 2। इनू कैलकुलेट करांगे आंसर आ जाएगा अपना लगभग 780.81 मीटर। नैक्सट न्यूमेरिकल करते हैं आप। A stone is dropped from the top of tower 500 meter high into a pond of water at the base of tower. When is a splash heard at the top? Given G is equal to 10 meter per second square and speed of sound is 340 meter per second. न्यूमेरिकल ਨੂੰ ਪਹਿਲਾਂ ਸਮਝਦੇ ਹਾਂ। ਦੇਖੋ ਜੀ ਇੱਕ ਕੋਈ ਪਰਸਨ ਹੈ ਉਹ ਟਾਵਰ ਤੇ ਖੜਿਆ ਹੈ। ਟਾਵਰ ਦੀ ਹਾਈਟ ਕਿੰਨੀ ਹੈ? ਟਾਵਰ ਦੀ ਹਾਈਟ ਆਪਾਂ ਜੋ ਦਿੱਤੀ ਹੋਈ ਹੈ ਆਪਾਂ ਨੂੰ 500 मीटर की हाइट दी हुई है। इस तो एक परसन ने पत्थर सुट्टिया नीचे, तो पत्थर नीचे जाके नीचे की है इत्थे पानी है, तो पानी दे विच जो पत्थर गिरदा है तो स्पलैश साउंड आती है। पानी दे विच कोई चीज़ गिरदी है उसकी साउंड आती है ना, वो साउंड उपर जाती है ट्रैवल करती है तो परसन नूं सुनाई देती है जो जिसने पत्थर सुट्टिया सीगा। तो क्वेश्चन है कि किन्ने टाइम बाद वो स्पलैश वो परसन नूं सुनाई देगी। ਹੁਣ ਆਪਾਂ ਨੇ ਟਾਈਮ ਕੱਢਣਾ ਹੈ ਤਾਂ ਟਾਈਮ ਕਿਵੇਂ ਕੈਲਕੂਲੇਟ ਹੋਊਗਾ? ਸਾਰਿਆਂ ਨਾਲੋਂ ਪਹਿਲਾਂ ਪੱਥਰ ਨੀਚੇ ਗਿਰਨ ਤੇ ਕੁਝ ਟਾਈਮ ਲੱਗੂਗਾ। ਉਹ ਕਿੰਨਾ ਟਾਈਮ ਲੱਗੂਗਾ ਉਹ ਕੈਲਕੂਲੇਟ ਕਰਦੇ ਆਪਾਂ। ਉਸ ਤੋਂ ਬਾਅਦ ਸਾਊਂਡ ਉੱਪਰ ਜਾਣ ਦੇ ਲਈ ਟਾਈਮ ਲਗਾਊਗੀ ਤਾਂ ਟਾਈਮ ਜੋ ਨੀਚੇ ਪੱਥਰ ਨੂੰ ਨੀਚੇ ਆਉਣ 'ਤੇ ਲੱਗਿਆ ਅਤੇ ਜੋ ਸਾਊਂਡ ਵੇਵ ਨੂੰ ਉੱਪਰ ਜਾਣ 'ਤੇ ਲੱਗਿਆ, ਉਹ ਦੋਨੋਂ ਟਾਈਮ ਨੂੰ ਆਪਾਂ ਐਡ ਕਰ ਦਾਂਗੇ, ਟੋਟਲ ਟਾਈਮ ਆ ਜਾਏਗਾ, ਉਹ ਆਪਣਾ ਆਨਸਰ ਹੋਏਗਾ। ਹੁਣ ਸਟਾਰਟ ਕਰਦੇ ਹਾਂ ਜੋ ਚੀਜ਼ਾਂ ਆਪਾਂ ਨੂੰ ਦਿੱਤੀਆਂ ਨੇ। ਆ ਸਟੋਨ ਇਜ਼ ਡਰੋਪਡ, ਜੇ ਸਟੋਨ ਨੂੰ ਉੱਪਰੋਂ ਡਰੋਪ ਕੀਤਾ ਗਿਆ ਇਹਦਾ ਮਤਲਬ ਜੋ ਇਨੀਸ਼ੀਅਲ ਵੈਲੋਸਿਟੀ ਸੀਗੀ ਉਹਦੀ ਵੈਲਿਊ ਕਿੰਨੀ ਹੈ 0। ਹੋਰ ਆਪਾਂ ਨੂੰ ਕੀ ਦਿੱਤੀ ਹੋਈ ਹੈ? ਜੀ ਦੀ ਵੈਲਿਊ ਦਿੱਤੀ ਹੈ। ਜੀ ਕੀ ਹੁੰਦੀ ਹੈ? ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਉਹਦੀ ਵੈਲਿਊ ਕਿੰਨੀ ਹੈ? 10 ਮੀਟਰ ਪਰ ਸੈਕਿੰਡ ਸਕੁਆਇਰ। ਐਗਜ਼ੈਕਟ ਵੈਲਿਊ ਹੁੰਦੀ ਹੈ 9.8 ਬਟ ਆਪਾਂ ਨੂੰ ਗਿਵਨ ਵੈਲਿਊ ਹੈ 10 ਮੀਟਰ ਪਰ ਸੈਕਿੰਡ ਸਕੁਆਇਰ। ਹੋਰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਹੈ। ਇੱਕ ਵੈਲੋਸਿਟੀ ਆਫ ਸਾਊਂਡ ਦਿੱਤੀ ਹੋਈ ਹੈ, ਉਹ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ 340 ਮੀਟਰ ਪਰ ਸੈਕਿੰਡ। ਇਹ ਇਨਫੋਰਮੇਸ਼ਨ ਆਪਾਂ ਨੂੰ ਦਿੱਤੀ ਹੋਈ ਹੈ। ਹੁਣ ਆਪਾਂ ਨੂੰ ਸੋਲਵ ਕਰਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਇੱਕ ਆਪਣਾ ਫਾਰਮੂਲਾ ਆਪਾਂ ਨੇ ਕੀਤਾ ਸੀਗਾ ਚੈਪਟਰ ਦੇ ਵਿੱਚ S ਇਜ਼ ਇਕੁਅਲ ਟੂ UT ਪਲੱਸ ਹਾਫ AT ਸਕੁਆਇਰ। ਜਦੋਂ ਕੋਈ ਚੀਜ਼ ਉੱਪਰੋਂ ਨੀਚੇ ਸੁੱਟਦੇ ਹਾਂ ਤਾਂ ਇਹ ਫਾਰਮੂਲਾ ਕਨਵਰਟ ਹੋ ਜਾਂਦਾ ਹੈ H ਇਜ਼ ਇਕੁਅਲ ਟੂ UT ਪਲੱਸ ਹਾਫ GT ਸਕੁਆਇਰ। ਠੀਕ ਹੈ ਜੀ। ਹੁਣ ਇਹ ਕਾਹਦਾ ਫਾਰਮੂਲਾ ਹੋਏਗਾ? ਕਿਸ ਲਈ ਹੋਏਗਾ? ਜਿਹੜਾ ਪੱਥਰ ਉੱਪਰ ਤੋਂ ਨੀਚੇ ਆ ਰਿਹਾ। ਹੁਣ ਪੱਥਰ ਉੱਪਰ ਤੋਂ ਨੀਚੇ ਆ ਰਿਹਾ ਹੈ, ਆਪਾਂ ਨੂੰ ਹਾਈਟ ਪਤਾ ਕਿੰਨੀ ਹੈ 500, ਆਪਾਂ ਨੂੰ ਇਨੀਸ਼ੀਅਲ ਵੈਲੋਸਿਟੀ ਪਤਾ ਕਿੰਨੀ ਹੈ 0। ਠੀਕ ਹੈ, ਅਤੇ ਟਾਈਮ ਹੁਣ 2 ਆਪਾਂ ਕੰਸੀਡਰ ਕਰਾਂਗੇ। ਉੱਪਰ ਤੋਂ ਨੀਚੇ ਪੱਥਰ ਨੂੰ ਆਉਣ ਦਾ ਟਾਈਮ ਕਿੰਨਾ ਲੱਗਦਾ T1 ਅਤੇ ਆਵਾਜ਼ ਨੂੰ ਨੀਚੇ ਤੋਂ ਉੱਪਰ ਜਾਣ ਦੇ ਲਈ ਮੰਨ ਲਓ ਟਾਈਮ ਕਿੰਨਾ ਲੱਗੇਗਾ T2। ਤਾਂ ਆਪਾਂ ਇੱਥੇ ਜਿਹੜੀ T ਹੈ ਇਹਨੂੰ T1 ਲਿਖ ਲੈਂਦੇ ਹਾਂ। ਹਾਈਟ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ? ਹਾਈਟ ਆਪਾਂ ਨੂੰ ਦਿੱਤੀ ਹੋਈ ਹੈ 500 ਇਜ਼ ਇਕੁਅਲ ਟੂ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ 0 ਇੰਟੂ T1 ਪਾ ਦਿਓ ਇੱਥੇ ਵੀ ਪਲੱਸ ਹਾਫ ਇੰਟੂ ਜੀ ਦੀ ਵੈਲਿਊ ਕਿੰਨੀ ਹੈ 10 T1 ਦਾ ਸਕੁਆਇਰ। ਇਹ ਵੈਲਿਊ ਕੀ ਹੋ ਜਾਊਗੀ? ਵੈਨਿਸ਼ ਹੋ ਜਾਏਗੀ, 0 ਹੋ ਜਾਏਗੀ 0। ਠੀਕ ਹੈ ਸਾਰੀ। ਜੋ 2 ਇੱਧਰ ਮਲਟੀਪਲਾਈ 'ਚ ਹੈ ਉਧਰ ਜਾ ਕੇ ਕਿਸ ਹੋ ਜਾਏਗਾ? ਡਿਵਾਈਡ ਦੇ ਵਿੱਚ, ਸੌਰੀ ਇੱਧਰ ਡਿਵਾਈਡ ਦੇ ਵਿੱਚ ਹੈ ਉਧਰ ਜਾ ਕੇ ਮਲਟੀਪਲਾਈ। ਚਾਹੇ ਸਿੱਧਾ ਇੱਥੇ ਕੈਂਸਲ ਕਰਨਾ ਚਾਹੁੰਦੇ ਤੁਸੀਂ ਕੈਂਸਲ ਆਊਟ ਕਰ ਸਕਦੇ ਹੋ। ਕੀ ਰਹਿ ਗਿਆ ਆਪਣਾ 5T1 ਦਾ ਸਕੁਆਇਰ। 5 ਨੂੰ ਦੂਸਰੀ ਸਾਈਡ ਲੈ ਕੇ ਜਾਵਾਂਗੇ ਡਿਵਾਈਡ 'ਤੇ ਤਾਂ T1 ਸਕੁਆਇਰ ਕੈਂਸਲ ਆਊਟ ਹੋ ਕੇ ਕਿੰਨਾ ਰਹਿ ਗਿਆ 100 ਇਜ਼ ਇਕੁਅਲ ਟੂ T1 ਦਾ ਸਕੁਆਇਰ। T1 ਦੀ ਵੈਲਿਊ ਕਿੰਨੀ ਆ ਜੂਗੀ ਜੀ +-10 ਸੈਕਿੰਡ। ਆਪਾਂ ਨੂੰ ਪਤਾ ਟਾਈਮ ਕਦੇ ਮਾਈਨਸ ਦੇ ਵਿੱਚ ਨਹੀਂ ਹੋ ਸਕਦਾ, ਇਸ ਕਰਕੇ T1 ਦੀ ਵੈਲਿਊ ਕਿੰਨੀ ਆ ਗਈ 10 ਸੈਕਿੰਡਸ।
ਹੁਣ ਇਹ ਸੀਗੀ ਪੱਥਰ ਦੇ ਉੱਪਰ ਤੋਂ ਨੀਚੇ ਆਉਣ ਦਾ ਟਾਈਮ। ਹੁਣ ਨੀਚੇ ਜਦੋਂ ਟਕਰਾਊਗਾ ਤਾਂ ਆਵਾਜ਼ ਆਊਗੀ ਉੱਪਰ, ਤਾਂ ਆਵਾਜ਼ ਦੀ ਜਿਹੜੀ ਵੈਲੋਸਿਟੀ ਆ ਉਹ ਚੇਂਜ ਨਹੀਂ ਕਰਦੀ, ਉਹਦੀ ਐਕਸਲਰੇਸ਼ਨ ਨਹੀਂ ਹੁੰਦੀ, ਕੌਨਸਟੈਂਟ ਰਹਿੰਦੀ ਹੈ ਵੈਲੋਸਿਟੀ। ਜਦੋਂ ਵੈਲੋਸਿਟੀ ਕੌਨਸਟੈਂਟ ਰਹੂਗੀ ਤਾਂ ਉਹਦੇ ਲਈ ਆਪਾਂ ਫਾਰਮੂਲਾ ਲੱਗੂਗਾ ਡਿਸਟੈਂਸ ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। ਇੱਥੇ ਐਕਸਲਰੇਸ਼ਨ ਨਹੀਂ ਹੋ ਰਹੀ ਨਾ ਆਵਾਜ਼ ਦੀ ਸਪੀਡ ਦੀ, ਤਾਂ ਇਸ ਕਰਕੇ ਸਿੰਪਲ ਇਹ ਫਾਰਮੂਲਾ ਲੱਗੂਗਾ, ਇਹ ਵਾਲਾ ਫਾਰਮੂਲਾ ਨਹੀਂ ਲੱਗਦਾ ut + ½ at²। ਤਾਂ ਆਪਾਂ ਨੇ ਟਾਈਮ ਕੱਢਣਾ ਸੀ, ਟਾਈਮ ਕਿਹੜਾ ਹੋ ਜਾਊਗਾ 2, t2 ਇਜ਼ ਇਕੁਅਲ ਟੂ s/v ਇਜ਼ ਇਕੁਅਲ ਟੂ s ਦੀ ਵੈਲਿਊ ਕਿੰਨੀ ਹੈ, ਡਿਸਟੈਂਸ ਕਿੰਨਾ ਹੈ, ਹਾਈਟ 500, ਅਤੇ v ਦੀ ਵੈਲਿਊ ਕਿੰਨੀ ਹੈ, v ਦੀ ਵੈਲਿਊ ਆਪਾਂ ਨੂੰ ਦਿੱਤੀ ਸੀਗੀ 340, ਇੱਕ 0 ਨਾਲ ਇੱਕ 0 ਕੈਂਸਲ। ਜਦੋਂ ਇਹਨੂੰ ਸੋਲਵ ਕਰਾਂਗੇ, ਸਿੰਪਲੀਫਾਈ ਕਰਾਂਗੇ, ਆਪਣਾ ਆਨਸਰ ਕਿੰਨਾ ਆ ਜਾਊਗਾ 1, 34 1 34 ਪੁਆਇੰਟ ਸਮਥਿੰਗ 47 ਆ ਜਾਊਗਾ, 1.47 ਸੈਕਿੰਡ। ਹੁਣ ਆਪਣੇ ਲਵੇ ਦੋ ਟਾਈਮ ਆ ਗਏ, ਇੱਕ ਟਾਈਮ ਹੈ t1 ਉੱਪਰ ਤੋਂ ਨੀਚੇ ਪੱਥਰ ਦਾ ਆਉਣ ਦਾ, ਅਤੇ ਨੀਚੇ ਤੋਂ ਉੱਪਰ ਸਾਊਂਡ ਦੇ ਜਾਣ ਦਾ। ਉਹ ਟਾਈਮ ਨੂੰ ਆਪਾਂ ਦੋਨਾਂ ਨੂੰ ਐਡ ਕਰ ਲੈਂਦੇ ਹਾਂ, ਆਨਸਰ ਕਿੰਨਾ ਆ ਜਾਊਗਾ ਆਪਣਾ 10 + 1.47, ਤਾਂ ਟੋਟਲ ਟਾਈਮ ਆਪਣਾ ਆ ਗਿਆ 11.47 ਸੈਕਿੰਡ। ਨੈਕਸਟ ਨਿਊਮੈਰੀਕਲ ਹੈ, two child are at opposite end of an aluminium rod. One strike the end of rod with a stone. Find the ratio of time taken by sound wave in air and in aluminium to reach the second child. Velocity ਆਪਾਂ ਨੂੰ ਦਿੱਤੀ ਹੋਈ ਹੈ ਸਾਊਂਡ ਦੀ 340 ਮੀਟਰ ਪਰ ਸੈਕਿੰਡ, ਅਤੇ ਐਲੂਮੀਨੀਅਮ ਦੇ ਵਿੱਚ ਸਾਊਂਡ ਦੀ ਸਪੀਡ ਹੁੰਦੀ ਹੈ 6420 ਮੀਟਰ ਪਰ ਸੈਕਿੰਡ। ਹੁਣ ਇਹ ਨੂਮੈਰੀਕਲ ਕਿਵੇਂ ਕਰਨਾ ਹੈ, ਪਹਿਲਾਂ ਨੂਮੈਰੀਕਲ ਸਮਝਦੇ ਹਾਂ। ਮੰਨ ਲਓ 2 ਚਾਈਲਡਸ ਨੇ, 2 ਬੱਚੇ ਨੇ, ਉਹਨਾਂ ਦੇ ਵਿਚਕਾਰ ਇੱਕ ਰੋਡ ਹੈ, ਐਲੂਮੀਨੀਅਮ ਦੀ ਰੋਡ ਹੈ, ਤਾਂ ਬੱਚੇ ਖੜ੍ਹੇ ਨੇ, ਇੱਕ ਇੱਧਰ ਐਂਡ 'ਤੇ ਖੜ੍ਹਿਆ, ਇੱਕ ਇਸ ਐਂਡ 'ਤੇ ਖੜ੍ਹਿਆ। ਹੁਣ ਇੱਕ ਬੱਚਾ ਕੀ ਕਰਦਾ ਹੈ, ਇਹਦਾ ਨਾਮ ਰੱਖ ਦਿੰਦੇ ਹਾਂ ਬੱਚਾ ਨੰਬਰ 1, ਇਹਦਾ ਨਾਮ ਬੱਚਾ ਨੰਬਰ 2। ਜੋ ਪਹਿਲਾ ਬੱਚਾ ਹੈ ਉਹਨੇ ਕੀ ਕੀਤਾ, ਪੱਥਰ ਦੇ ਨਾਲ ਇਸ ਐਲੂਮੀਨੀਅਮ ਰੋਡ ਦੇ ਉੱਪਰ ਪੱਥਰ ਮਾਰਿਆ, ਤਾਂ ਉਹ ਆਵਾਜ਼ ਕਰੂਗਾ, ਸਾਊਂਡ ਪ੍ਰੋਡਿਊਸ ਹੋਊਗੀ। ਹੁਣ ਸਾਊਂਡ ਪ੍ਰੋਡਿਊਸ ਹੋਊਗੀ, ਐਲੂਮੀਨੀਅਮ ਦੇ ਵਿੱਚੋਂ ਵੀ ਜਾਊਗੀ, ਮੂਵ ਕਰੂਗੀ, ਅਤੇ ਉਹ ਏਅਰ ਦੇ ਵਿੱਚੋਂ ਵੀ ਮੂਵ ਕਰੂਗੀ। ਹੁਣ ਇਹ ਜਿਹੜਾ ਸੈਕਿੰਡ ਬੱਚਾ ਸੀਗਾ ਉਹ ਖੜਿਆ ਸੀਗਾ, ਉਹਦੇ ਤੱਕ ਕਿੰਨੇ ਟਾਈਮ ਦੇ ਵਿੱਚ ਜਿਹੜੀ ਸਾਊਂਡ ਹੈ ਉਹ ਪਹੁੰਚੂਗੀ, ਉਹ ਆਪਾਂ ਨੇ ਪਤਾ ਕਰਨਾ ਹੈ। ਪਤਾ ਕਰਨਾ ਹੈ ਆਪਾਂ ਨੂੰ ਕੀ ਕਿਹਾ ਗਿਆ, ਫਾਈਂਡ ਰੇਸ਼ੋ ਆਫ ਟਾਈਮ ਟੇਕਨ ਬਾਏ ਸਾਊਂਡ ਵੇਵ ਇਨ ਏਅਰ ਐਂਡ ਐਲੂਮੀਨੀਅਮ। ਇਹਦਾ ਮਤਲਬ ਟਾਈਮ ਟੇਕਨ ਬਾਏ ਸਾਊਂਡ ਇਨ ਏਅਰ ਟੂ ਟਾਈਮ ਟੇਕਨ ਬਾਏ ਸਾਊਂਡ ਇਨ ਐਲੂਮੀਨੀਅਮ, ਇਹ ਆਪਾਂ ਨੇ ਫਾਈਂਡ ਕਰਨਾ ਹੈ। ਹੁਣ ਉਹ ਕਿਵੇਂ ਫਾਈਂਡ ਕਰਾਂਗੇ, ਰੇਸ਼ੋ ਫਾਈਂਡ ਕਰਨੀ ਸੀਗੀ, ਕਿਵੇਂ ਕਰਾਂਗੇ, ਟਾਈਮ ਟੇਕਨ ਬਾਏ ਸਾਊਂਡ ਇਨ ਏਅਰ, ਉਹਦਾ ਫਾਰਮੂਲਾ ਕੀ ਜੂਗਾ ਟਾਈਮ ਦਾ, ਡਿਸਟੈਂਸ ਬਾਏ ਵੈਲੋਸਿਟੀ। ਵੈਲੋਸਿਟੀ ਕਾਹਦੀ, ਏਅਰ ਦੀ, ਏਅਰ ਮਤਲਬ ਏਅਰ ਦੇ ਵਿੱਚ ਸਾਊਂਡ ਦੀ ਕੀ ਵੈਲੋਸਿਟੀ ਹੈ, ਅਤੇ ਇੱਧਰ ਵੀ ਡਿਸਟੈਂਸ ਅਪੋਨ ਵੈਲੋਸਿਟੀ ਇਨ ਐਲੂਮੀਨੀਅਮ। ਡਿਸਟੈਂਸ ਤਾਂ ਪਾਈਪ ਦਾ ਸੇਮ ਹੀ ਹੈ ਨਾ, ਸਾਊਂਡ ਨੇ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਜਾਣਾ ਹੈ, ਤਾਂ ਡਿਸਟੈਂਸ ਦੋਨੇ ਕੇਸਿਸ ਦੇ ਵਿੱਚ ਕੀ ਹੋ ਜਾਊਗਾ, ਸੇਮ। ਐਸ ਨਾਲ ਐਸ ਕੈਂਸਲ ਆਊਟ ਹੋ ਜੂਗੀ। ਜਦੋਂ ਇਹਨੂੰ ਰੀਅਰੇਂਜ ਕਰਾਂਗੇ, ਵੈਲੋਸਿਟੀ ਆਫ ਐਲੂਮੀਨੀਅਮ ਉੱਪਰ ਆ ਜਾਊਗਾ, ਵੈਲੋਸਿਟੀ ਆਫ ਏਅਰ ਨੀਚੇ ਆ ਜਾਊਗਾ। ਵੈਲੋਸਿਟੀ ਆਫ ਸਾਊਂਡ ਇਨ ਐਲੂਮੀਨੀਅਮ ਕਿੰਨੀ ਦਿੱਤੀ ਹੋਈ ਹੈ, 6420 ਡਿਵਾਈਡ ਬਾਏ 340, 0 ਨਾਲ 0 ਕੈਂਸਲ, ਤਾਂ ਅਬਾਊਟ ਆਪਣੇ ਕੋਲ ਆਨਸਰ ਆ ਜਾਏਗਾ 18.88 ਆਨਸਰ ਆ ਜਾਏਗਾ ਆਪਣਾ। ਸੋ ਇਹਦੇ ਨਾਲ ਆਪਣੇ ਪੂਰੇ NCERT ਦੇ ਨੂਮੈਰੀਕਲ ਕੰਪਲੀਟ ਹੁੰਦੇ ਨੇ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ।